प्यारे बच्चों, चलो कहानी सुनिए। ਅੱਜ ਅਸੀਂ ਇੱਕ ਐਸੇ ਦੇਸ਼ ਭਗਤ ਦੀ ਕਹਾਣੀ ਸੁਣਾਂਗੇ ਜਿਨ੍ਹਾਂ ਦਾ ਨਾਂ ਸੀ ਭਗਤ ਸਿੰਘ। ਇੱਕ ਐਸੇ ਦੇਸ਼ ਭਗਤ ਜਿਹੜਾ ਕਿ ਆਪਣੇ ਤੋਂ ਵੀ ਜ਼ਿਆਦਾ, ਆਪਣੇ ਮਾਂ-ਬਾਪ ਤੋਂ ਵੀ ਜ਼ਿਆਦਾ, ਆਪਣੇ ਦੋਸਤਾਂ ਤੋਂ ਵੀ ਜ਼ਿਆਦਾ ਆਪਣੇ ਦੇਸ਼ ਨਾਲ ਪ੍ਰੇਮ ਕਰਦੇ ਸੀਗੇ। ਭਗਤ ਸਿੰਘ ਦਾ ਜਨਮ ਸਤੰਬਰ ਵਿੱਚ 1907 ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ। ਹੁਣ ਇਹ ਕਹਾਣੀ ਬੱਚੋ ਉਹਨਾਂ ਦਿਨਾਂ ਦੀ ਹੈ ਜਦ ਭਾਰਤ ਇੱਕ ਗੁਲਾਮ ਦੇਸ਼ ਸੀ। ਇੰਡੀਆ ਵਾਜ਼ ਨਾਟ ਐਨ ਇੰਡੀਪੈਂਡੈਂਟ ਕੰਟਰੀ ਵੈਨ ਭਗਤ ਸਿੰਘ ਵਾਜ਼ ਬੋਰਨ। ਗੁਲਾਮ ਦਾ ਮਤਲਬ ਭਾਰਤ ਦੇ ਉੱਪਰ ਭਾਰਤ ਸਰਕਾਰ ਦਾ ਨਹੀਂ, ਬਲਕਿ ਇੱਕ ਬਾਹਰ ਦੀ ਸਰਕਾਰ, ਅੰਗਰੇਜ਼ ਸਰਕਾਰ ਦਾ ਰਾਜ ਸੀ। ਉਹਨਾਂ ਦਾ ਜਨਮ ਪਿੰਡ ਬੰਗਾ ਵਿਖੇ ਹੋਇਆ, ਜਿਹੜਾ ਕਿ ਅਨਡਿਵਾਈਡਡ ਇੰਡੀਆ ਵਿੱਚ ਸੀ ਔਰ ਇਸ ਵੇਲੇ ਉਹ ਜ਼ਿਲ੍ਹਾ ਲੈਲਪੁਰ ਪਾਕਿਸਤਾਨ ਵਿੱਚ ਹੈ। ਉਹਨਾਂ ਦੇ ਪਿਤਾ ਦਾ ਨਾਂ ਸਰਦਾਰ ਕਿਸ਼ਨ ਸਿੰਘ ਔਰ ਮਾਤਾ ਦਾ ਨਾਂ ਵਿਦਿਆਵਤੀ ਸੀ ਔਰ ਦੋਨੋਂ ਹੀ ਬੜੇ ਹੀ ਪਿਆਰੇ ਔਰ ਨੇਕ ਜੀਵ ਸਨ। ਪਰ ਬਚਪਨ ਤੋਂ ਹੀ ਰਾਈਟ ਫਰੋਮ ਚਾਈਲਡਹੁੱਡ ਭਗਤ ਸਿੰਘ ਇੱਕ ਕ੍ਰਾਂਤੀਕਾਰੀ ਮਾਹੌਲ ਵਿੱਚ ਪਲੇ। ਉਹਨਾਂ ਦੇ ਪਿਤਾ ਔਰ ਚਾਚਾ ਨੇ ਵੀ ਆਜ਼ਾਦੀ ਦੀ ਲੜਾਈ ਵਾਸਤੇ ਬੜੇ ਸਾਰੇ ਅੰਦੋਲਨ ਵਿੱਚ ਹਿੱਸਾ ਲਿੱਤਾ। His father and uncles were freedom fighters। ਤਾਂ ਇਸ ਕਾਰਨ ਬਚਪਨ ਤੋਂ ਹੀ ਉਹਨਾਂ ਨੇ ਆਪਣੇ ਘਰ ਵਿੱਚ, ਆਪਣੇ ਆਸ-ਪਾਸ ਦੇ ਮਾਹੌਲ ਵਿੱਚ ਇੱਕ ਆਜ਼ਾਦੀ ਦੀ ਲੜਾਈ ਦੀ ਲਹਿਰ ਜੀ ਦੇਖੀ। ਬਾਹਰਲੀ ਸਰਕਾਰ ਨੂੰ ਗਰੀਬਾਂ ਉੱਤੇ ਅਤਿਆਚਾਰ ਕਰਦੇ ਦੇਖਿਆ ਔਰ ਆਪਣੇ ਪਿਤਾ ਔਰ ਚਾਚਾ ਨੂੰ ਜੇਲ੍ਹ ਜਾਂਦੇ ਵੇਖਿਆ। And this was how a freedom fighter was born in him। सरफरोशी की तमन्ना अब हमारे दिल में है, देखना है जोर कितना बाजुए कातिल में है। और बचपन विच बच्चों जिस तरह का माहौल तुहानूं अपने घर विच, अपने समाज विच, अपने देश विच मिलता है, तुहाडी सोच अक्सर उसी तरीके नाल चलती है। ਭਗਤ ਸਿੰਘ ਦਾ ਪਰਿਵਾਰ ਆਰਿਆ ਸਮਾਜੀ ਪਰਿਵਾਰ ਸੀ। ਇਸ ਕਰਕੇ ਉਹਨਾਂ ਦਾ ਦਾਖਲਾ ਦਇਆਨੰਦ ਵੈਦਿਕ ਸਕੂਲ ਵਿੱਚ ਕੀਤਾ ਗਿਆ। ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ ਉਹਨਾਂ ਨੂੰ। ਹੀ ਲਵ ਟੂ ਰੀਡ ਬੁੱਕਸ ਔਰ ਆਪਣਾ ਬਹੁਤ ਸਾਰਾ ਸਮੇਂ ਉਹ ਹੱਸੀ ਖੁਸ਼ੀ ਆਪਣੇ ਦੋਸਤਾਂ ਨਾਲ ਵੀ ਬਿਤਾਉਂਦੇ ਸੀ। ਜਦੋਂ ਕੇਵਲ 12 ਸਾਲ ਦੇ ਸਨ ਤਾਂ ਉਸ ਵੇਲੇ ਜਲਿਆਂਵਾਲਾ ਬਾਗ ਵਿੱਚ ਹੋਈ ਗੋਲੀਬਾਰੀ ਬਾਰੇ ਸੁਣਿਆ। He heard about the Jallianwala Bagh massacre at that point of time when he was only 12 years old। ਆਖਿਆ ਜਾਂਦਾ ਹੈ ਕਿ ਉਹ ਆਪਣੇ ਪਿੰਡ ਤੋਂ 12 ਕਿਲੋਮੀਟਰ ਪੈਦਲ ਚੱਲ ਕੇ ਜਲਿਆਂਵਾਲਾ ਬਾਗ ਵਿੱਚ ਪਹੁੰਚੇ ਔਰ ਉੱਥੇ ਦਾ ਦ੍ਰਿਸ਼ ਦੇਖ ਕੇ ਉਹਨਾਂ 'ਤੇ ਬਹੁਤ ਬੜਾ ਸਦਮਾ ਪਹੁੰਚਿਆ। ਉੱਥੇ ਦੀ ਮਿੱਟੀ ਨੂੰ ਇੱਕ ਬੋਤਲ ਵਿੱਚ ਭਰ ਕੇ ਘਰ ਲੈ ਕੇ ਆਏ ਔਰ ਆਂਦਿਆਂ ਹੀ ਆਪਣੀ ਮਾਂ ਨੂੰ ਬੋਲਿਆ, ਅੰਗਰੇਜ਼ਾਂ ਨੂੰ ਕੱਢ ਕੇ ਸਾਹ ਲਵਾਂਗਾ, ਆਜ਼ਾਦ ਭਾਰਤ ਸੁਖੀ ਭਾਰਤ, ਫ੍ਰੀ ਇੰਡੀਆ, ਹੈਪੀ ਇੰਡੀਆ। ਦੈਟ ਵਾਜ਼ ਵਾਟ ਹੀ ਵਾਂਟਡ। 1923 ਵਿੱਚ ਉਹ ਨੈਸ਼ਨਲ ਕਾਲਜ ਲਾਹੌਰ ਵਿੱਚ ਵੀ ਦਾਖਲ ਹੋਏ। ਸਕੂਲੋਂ ਪਾਸ ਆਊਟ ਹੋ ਕੇ ਕਾਲਜ ਗਏ ਔਰ ਡਰਾਮੇ ਵਿੱਚ ਬਹੁਤ ਮਾਹਿਰ ਸਨ ਔਰ ਡਰਾਮਾ ਰਾਹੀਂ ਉਹ ਆਪਣੇ ਦੋਸਤਾਂ ਨੂੰ ਅਤੇ ਬਾਕੀ ਨੌਜਵਾਨਾਂ ਨੂੰ ਦੇਸ਼ ਭਗਤੀ ਲਈ ਪ੍ਰੋਤਸਾਹਿਤ ਕਰਦੇ। ਫਿਰ 1928 ਵਿੱਚ ਹੋਇਆ ਕਿ ਅੰਗਰੇਜ਼ ਸਰਕਾਰ ਨੇ ਇੱਕ ਸਾਈਮਨ ਕਮਿਸ਼ਨ ਬਿਠਾਈ। ਉਸ ਕਮਿਸ਼ਨ ਦਾ ਮਕਸਦ ਸੀ ਭਾਰਤ ਦੀ ਰਾਜਨੀਤੀ ਪ੍ਰੋਬਲਮਸ ਬਾਰੇ ਜਾਣਨਾ। ਪਰ ਇਸ ਕਮਿਸ਼ਨ ਵਿੱਚ ਇੱਕ ਬਹੁਤ ਬੜਾ ਖੋਟ ਸੀ। ਉਹ ਇਹ ਸੀ ਕਿ ਇਸ ਕਮਿਸ਼ਨ ਵਿੱਚ ਇੱਕ ਵੀ ਭਾਰਤੀ, ਇੱਕ ਵੀ ਇੰਡੀਅਨ ਸ਼ਾਮਿਲ ਨਹੀਂ ਸੀ। ਹੁਣ ਇਹ ਤਾਂ ਬਹੁਤ ਬੜੀ ਨਾਇਨਸਾਫੀ ਸੀ। ਭਗਤ ਸਿੰਘ ਨੇ ਇਸ ਗੱਲ ਦਾ, ਇਸ ਕਮਿਸ਼ਨ ਦਾ ਵਿਰੋਧ ਕੀਤਾ। ਆਪਣੇ ਬਾਕੀ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਸਾਈਮਨ ਗੋ ਬੈਕ, ਸਾਈਮਨ ਗੋ ਬੈਕ ਦੇ ਨਾਅਰੇ ਲਗਾਏ। ਔਰ ਇਸ ਵਿਰੋਧ ਵਿੱਚ ਉਹਨਾਂ ਦੇ ਬੜੇ ਕਰੀਬੀ ਦੋਸਤ ਲਾਲਾ ਲਾਜਪਤ ਰਾਏ ਜ਼ਖਮੀ ਹੋਏ ਔਰ ਇਵੈਂਚੁਅਲੀ ਉਹਨਾਂ ਦੀ ਮੌਤ ਵੀ ਹੋ ਗਈ। ਇਸ ਹਾਦਸੇ ਦਾ ਫਿਰ ਤੋਂ ਭਗਤ ਸਿੰਘ ਉੱਪਰ ਬਹੁਤ ਗੂੜਾ ਅਸਰ ਪਿਆ। ਬਦਲੇ ਵਿੱਚ ਉਹਨਾਂ ਨੇ ਇੱਕ ਅੰਗਰੇਜ਼ ਆਫਿਸਰ ਉੱਪਰ ਗੋਲੀ ਵੀ ਚਲਾਈ। ਤਕਰੀਬਨ 1 ਸਾਲ ਬਾਅਦ ਬਾਹਰਲੀ ਸਰਕਾਰ ਉੱਪਰ ਦਬਾਅ ਪਾਉਣ ਲਈ ਉਹਨਾਂ ਨੇ ਅੰਗਰੇਜ਼ ਵਿਧਾਨ ਸਭਾ ਵਿੱਚ ਇੱਕ ਬੰਬ ਸੁੱਟਿਆ। ਬੰਬ ਸੁੱਟਣ ਦਾ ਇਰਾਦਾ ਕਿਸੇ ਨੂੰ ਮਾਰਨ ਦਾ ਨਹੀਂ ਸੀ,
ਬਲਕਿ ਸਰਕਾਰ ਨੂੰ ਚੇਤਾਵਨੀ ਦੇਣ ਦਾ ਸੀ। ਪਰ ਭਗਤ ਸਿੰਘ ਔਰ ਉਹਨਾਂ ਦੇ ਸਾਥੀ ਬੰਬ ਸੁੱਟ ਕੇ ਉੱਥੋਂ ਭੱਜੇ ਨਹੀਂ, ਬਲਕਿ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਉੱਥੇ ਹੀ ਖੜੇ ਰਹੇ। ਇਸੇ ਕਾਰਨ ਉਹਨਾਂ ਨੂੰ ਜੇਲ੍ਹ ਹੋਈ ਔਰ ਸਰਕਾਰ ਨੇ ਫਾਂਸੀ ਦੀ ਸਜ਼ਾ ਵੀ ਸੁਣਾਈ। ਭਗਤ ਸਿੰਘ ਜੇਲ੍ਹ ਵਿੱਚ ਰਹੇ, ਉੱਥੇ ਵੀ ਕਿਤਾਬਾਂ ਪੜ੍ਹਦੇ ਕਾਫੀ ਟਾਈਮ ਨਿਕਾਲਿਆ। ਕਹਿੰਦੇ ਨੇ ਕਿ ਜੇਲ੍ਹ ਵਿੱਚ ਵੀ ਸੁਧਾਰ ਲਿਆਉਣ ਦੀ ਬੜੀ ਕੋਸ਼ਿਸ਼ ਕੀਤੀ ਕਿ ਜੇਲ੍ਹ ਵਾਲੇ ਲੋਕਾਂ ਨੂੰ ਅੱਛਾ ਖਾਣਾ ਮਿਲੇ, ਅੱਛੀਆਂ ਕਿਤਾਬਾਂ ਮਿਲਣ। ਔਰ ਇਤਿਹਾਸ ਗਵਾਹ ਹੈ ਕਿ ਭਗਤ ਸਿੰਘ ਔਰ ਉਹਨਾਂ ਦੇ ਗੂੜ੍ਹੇ ਦੋਸਤ ਰਾਜਗੁਰੂ ਔਰ ਸੁਖਦੇਵ ਹੱਸਤੇ ਹੱਸਤੇ ਦੇਸ਼ ਵਾਸਤੇ ਸ਼ਹੀਦ ਹੋ ਗਏ। ਦੇ embraced hanging happily for the cause of their country ਔਰ ਆਖਿਰ ਤੱਕ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾਉਂਦੇ ਰਹੇ। ਇਨਕਲਾਬ ਜ਼ਿੰਦਾਬਾਦ ਦਾ ਮਤਲਬ ਸੀ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਜ਼ਿੰਦਾ ਰਹੇ ਜਦ ਤੱਕ ਕਿ ਦੇਸ਼ ਆਜ਼ਾਦ ਨਹੀਂ ਹੋ ਜਾਂਦਾ। ਤਾਂ ਇਸ ਤਰ੍ਹਾਂ ਉਹਨਾਂ ਆਪਣਾ ਪੂਰਾ ਜੀਵਨ ਇੱਕ ਕੌਜ਼ ਵਾਸਤੇ ਬਲੀਦਾਨ ਕਰ ਦਿੱਤਾ। ਇਸੇ ਕਾਰਨ ਉਹਨਾਂ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਵੀ ਆਖਿਆ ਜਾਂਦਾ ਹੈ। ਤੇ ਇਹ ਸੀ ਸ਼ਹੀਦ ਆਜ਼ਮ ਭਗਤ ਸਿੰਘ ਦੇ ਜੀਵਨ ਦੀ ਕਹਾਣੀ। ਹੁਣ ਬੱਚੋ ਯਾਦ ਰੱਖੋ ਕਿ ਭਗਤ ਸਿੰਘ ਇੱਕ ਗੁਲਾਮ ਦੇਸ਼ ਵਿੱਚ ਪੈਦਾ ਹੋਏ। ਉਹਨਾਂ ਦੇ ਜੀਵਨ ਦਾ ਮਕਸਦ ਆਜ਼ਾਦੀ ਸੀ। ਪਰ ਤੁਸੀਂ ਮੇਰੇ ਪਿਆਰੇ ਬੱਚੋ ਇੱਕ ਆਜ਼ਾਦ ਦੇਸ਼ ਵਿੱਚ ਪੈਦਾ ਹੋਏ ਹੋ। ਤੁਹਾਨੂੰ ਖਾਣ ਪੀਣ, ਪਹਿਨਣ ਦੀ, ਪੜ੍ਹਨ ਦੀ, ਬੋਲਣ ਦੀ ਪੂਰੀ ਆਜ਼ਾਦੀ ਹੈ। ਪਰ ਤੁਸੀਂ ਇਸ ਆਜ਼ਾਦੀ ਦਾ ਗਲਤ ਮਤਲਬ ਬਿਲਕੁਲ ਨਹੀਂ ਲੈਣਾ ਹੈ। ਤੁਸੀਂ ਇੱਕ ਦੂਸਰੇ ਦੇ ਨਾਲ ਲੜਨਾ ਨਹੀਂ ਹੈ, ਪਰ ਬਲਕਿ ਇੱਕ ਦੂਸਰੇ ਦੇ ਆਜ਼ਾਦ ਵਿਚਾਰਾਂ ਨੂੰ ਸਮਝਣਾ ਹੈ। I am right, you are also right। ਭਗਤ ਸਿੰਘ ਦੀ ਹਿੰਮਤ ਔਰ ਦੇਸ਼ ਭਗਤੀ ਦੀ ਭਾਵਨਾ ਨੂੰ ਅਪਣਾਉਣਾ ਹੈ। ਉਹਨਾਂ ਦੇ ਬਲੀਦਾਨ ਦੀ ਭਾਵਨਾ ਨੂੰ ਅਪਣਾਉਣਾ ਹੈ। His strength, his patriotism, his love for country and his spirit of sacrifice is what we need to learn from Shaheed Azam Bhagat Singh। ਸੋ ਖੂਬ ਸਾਰੀ ਕਹਾਣੀਆਂ ਪੜ੍ਹੋ, ਆਪਣੇ ਦੇਸ਼ ਵਾਸਤੇ ਹੱਸੋ, ਖੇਡੋ ਤੇ ਮਾਤਾ ਪਿਤਾ ਨੂੰ ਖੂਬ ਪਿਆਰ ਕਰੋ। ਓਨਾ ਪਿਆਰ ਜਿੰਨਾ ਕਿ ਭਗਤ ਸਿੰਘ ਨੇ ਆਪਣੇ ਦੇਸ਼ ਨੂੰ ਕੀਤਾ ਸੀ। ਸੋ ਬੀ ਐਜ਼ ਸਟਰੋਂਗ, ਐਜ਼ ਫੋਕਸਡ ਐਜ਼ ਭਗਤ ਸਿੰਘ। ਆਪਣੀ ਸਾਰੀ ਉਮਰ ਭਗਤ ਸਿੰਘ ਨੇ ਇੱਕ ਫੋਕਸ ਲੈ ਕੇ ਜੀਵਨ ਬਿਤਾਤਾ। ਹੁਣ ਤੁਸੀਂ ਮੇਰੇ ਪਿਆਰੇ ਬੱਚੋ ਆਪਣਾ ਫੋਕਸ ਲੱਭੋ। ਸੋਚੋ ਤੁਹਾਡਾ ਫੋਕਸ ਕੀ ਹੈ ਔਰ ਇਸ ਫੋਕਸ ਨੂੰ ਭਗਤ ਸਿੰਘ ਦੀ ਹਿੰਮਤ ਔਰ ਦੇਸ਼ ਭਗਤੀ ਦੀ ਭਾਵਨਾ ਔਰ ਪਿਆਰ ਨਾਲ ਜੋੜ ਲਓ। Success will be yours. Happiness will be yours.